नमस्कार जी। जिस तरह तुहानूं पता है कि पिछे साढ़े कुछ पॉजिटिव केस आए सी ते सीएमओ साहब ने सारी टीम नाल कंसल्ट करके कुछ एरियाज आइडेंटिफाई करे सी कि असी उत्थों जिहड़ी सैंपलिंग लईए वॉलंटरली कैंप लगा के। साडी जिहड़ी सब तो वड्डी वरी सी कि साढ़े कुछ 4-5 एकदम नवे पॉजिटिव केस आए सी ते उन्हां दा रिजल्ट साडा कल 269 सैंपल्स दा आया सी, जिहदी साडी चिंता भी सी। मैं तुहानूं दस्सिया भी तो ਉਹਦੇ ਵਿੱਚ 269 ਸੈਂਪਲ ਸਾਰੇ ਨੈਗੇਟਿਵ ਆ ਗਏ। ਮੀਨਸ ਕਿ ਜਿਹੜੇ 4 ਪੋਜ਼ਿਟਿਵ ਕੇਸ ਆਏ ਸੀ ਉਹਨਾਂ ਦੇ ਪਰਿਵਾਰ ਵਾਲੇ ਜਾਂ ਉਹਨਾਂ ਦੇ ਆਸ-ਪਾਸ ਵਾਲੇ ਉਹ ਸਾਰੇ ਨੈਗੇਟਿਵ ਆ ਗਏ, ਉਹਨਾਂ ਨੂੰ ਇਨਫੋਰਮ ਕਰ ਦਿੱਤਾ ਗਿਆ ਹੈ। ਸੈਕੰਡਲੀ ਜਿਹੜਾ ਸੁੰਦਰ ਨਗਰ ਦਾ ਮੇਨ ਕੰਸਰਨ ਸੀ ਜਿੱਥੇ ਸਾਡੀ ਇੱਕ ਡੈਥ ਵੀ ਹੋਈ, ਗਲੀ ਬੜੀ ਛੋਟੀ ਸੀ ਤੇ ਫਿਰ ਸੀਐਮਓ ਸਾਹਿਬ ਨੇ ਡੀ ਸਾਹਿਬ ਨੂੰ ਰਿਕੁਐਸਟ ਕਰਕੇ ਅਸੀਂ ਉਹ ਏਰੀਆ ਆਪਣਾ ਕੰਟੇਨ ਕੀਤਾ ਸੀ परसों। ਉਹਦੇ ਵਿੱਚ ਸਭ ਤੋਂ ਪਹਿਲੇ ਤਾਂ ਮੈਂ ਸੁੰਦਰ ਨਗਰ ਦੇ ਜਿਹੜੀ ਉਹ ਬੜੀ ਭੀੜੀ ਜੀ ਗਲੀ ਹੈ ਜਿਸ ਤਰ੍ਹਾਂ ਸਾਡਾ ਅੰਦਰੂਨ ਬਾਜ਼ਾਰ ਹੈ, ਉਹਨਾਂ ਦਾ ਰਿਕੁਐਸਟ ਥੈਂਕਸ ਕਰਨਾ ਚਾਹੁੰਦਾ ਸਾਰਿਆਂ ਦਾ, ਰਹਿਣ ਵਾਲਿਆਂ ਦਾ, ਕਿ ਉਹਨਾਂ ਨੇ ਆ ਕੇ ਵੋਲੰਟਰੀ ਆਪਣੇ ਸੈਂਪਲ ਦਿੱਤੇ। 139 ਦੇ ਕਰੀਬ ਸੈਂਪਲ ਆਏ। ਉਹਦਾ ਅੱਜ ਰਿਜ਼ਲਟ ਆਇਆ ਜੀ। ਅਸੀਂ ਐਕਸਪੈਕਟ ਕਰ ਰਹੇ ਸੀ ਕਿ ਇਹਦੇ ਵਿੱਚੋਂ ਪੋਜ਼ਿਟਿਵ ਨਿਕਲਣਗੇ ਤੇ ਉਹਦੇ ਵਿੱਚੋਂ 8 ਪੋਜ਼ਿਟਿਵ ਨਿਕਲੇ ਨੇ। ਤੇ ਇਹਦਾ ਮਤਲਬ ਕਿ ਉਸ ਪਾਰਟਿਕੂਲਰ ਗਲੀ ਦੇ ਵਿੱਚ ਪ੍ਰੋਪਰਲੀ ਵਾਇਰਸ ਫੈਲੇਦਾ, ਉਹ ਏਰੀਆ ਅਸੀਂ ਕੰਟੇਨ ਕਰ ਦਿੱਤੇ ਦਾ। ਉਹਨਾਂ ਦੇ ਕਿਉਂਕਿ ਉਹ ਪਰਿਵਾਰ ਲੇਬਰ ਵੀ ਹੈ ਜਿਹੜੇ ਸਾਰਾ ਦਿਨ ਦਿਹਾੜੀ ਕਰਕੇ ਰੋਟੀ ਖਾਂਦੇ ਨੇ ਤੇ ਅਸੀਂ ਕੁਝ ਜਿਹੜੇ 88 ਫੈਮਿਲੀਜ਼ ਨੇ ਉਹਨਾਂ ਨੂੰ ਰਾਸ਼ਨ ਵੀ ਪਹੁੰਚਵਾ ਦਿੱਤਾ ਤਾਂ ਕਿ ਉਹਨਾਂ ਨੂੰ ਖਾਣ ਦੀ ਕੋਈ ਪ੍ਰੋਬਲਮ ਨਾ ਹੋਏ। ਅੱਜ ਉਹਨਾਂ ਨੂੰ ਰਾਸ਼ਨ ਸਾਰਾ ਪਹੁੰਚ ਗਿਆ ਕਿਉਂਕਿ ਇਹ 14 ਦਿਨ ਏਰੀਆ ਕੰਟੇਨ ਰਹਿਣਾ ਹੈ ਤੇ ਅਸੀਂ 7-8 ਦਿਨ ਬਾਅਦ ਫਿਰ ਇਵੈਲੂਏਟ ਕਰਾਂਗੇ ਕਿ ਜਿਹੜੀ ਉਹ 88 ਫੈਮਿਲੀਜ਼ ਹੈ ਜੇ 14 ਦਿਨ ਬਾਅਦ 7 ਦਿਨ ਬਾਅਦ ਜੇ ਉਹਨਾਂ ਨੂੰ ਰਾਸ਼ਨ ਹੋਰ ਚਾਹੀਦਾ ਹੋਏਗਾ ਅਸੀਂ ਦੇਵਾਂਗੇ। मगर कंटेनमेंट बहुत जरूरी है क्योंकि जिस तरह असं अंदरून बाजार दिता सी उस तो बाद भी उस टाइम भी 14-15 केस एकदम आए सी ते टचवुड ऑलमोस्ट 1 महीना हो गया उत्थे साडे कोई केस आया नहीं, ना ही कोई IELI वाले या सिम्पटम वाले आए ने। अज जो सब तो इंपॉर्टेंट मैं तुहानूं रिक्वेस्ट करना चाहना अपने बिहाफ ते कैप्टन अमरिंदर सिंह जी CM साहब के बिहाफ ते मैं सीएमओ साहब ਜਿਹੜੇ ਸਾਡੇ ਲੀਡ ਕਰ ਰਹੇ ਨੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ, DC ਸਾਹਿਬ ਤੇ ਸਾਰੀ ਟੀਮ ਦੇ ਨਾਲ, ਉਹਨਾਂ ਵੱਲੋਂ ਇੱਕ ਅਰਜ਼ ਕਰਨਾ ਚਾਹਨਾ। ਪਹਿਲੀ ਤੇ ਹੈ ਕਿ ਜਿਹੜਾ ਸਾਡੀ ਕੁਝ ਦਿਨਾਂ ਦੀ ਲਰਨਿੰਗ ਹੈ ਔਰ ਇਹ ਹੈ ਕਿ ਕਈ ਲੋਕ ਬਿਮਾਰ ਪੈ ਰਹੇ ਨੇ, ਸੈਲਫ ਟ੍ਰੀਟਮੈਂਟ ਕਰ ਰਹੇ ਨੇ ਤੇ ਮੈਂ ਵੀ ਕਈਆਂ ਨਾਲ ਗੱਲ ਕੀਤੀ ਹੈ। ਉਹਦੇ ਵਿੱਚ ਮੈਨੂੰ ਜੋ ਸਮਝ ਲੱਗੀ ਹੈ ਕਿ 90-95% ਚਾਹੇ RMPs ਨੇ, ਚਾਹੇ ਆਯੁਰਵੈਦਿਕ ਹੋਮਿਓਪੈਥਿਕ ਡਾਕਟਰਸ ਨੇ, ਚਾਹੇ IMA ਡਾਕਟਰਸ ਨੇ, ਉਹ ਟਾਈਮਲੀ ਕੋਵਿਡ ਟੈਸਟ ਕਰਾ ਰਹੇ ਨੇ। ਮਗਰ ਕੁਝ RMPs, ਕੁਝ ਆਯੁਰਵੈਦਿਕ ਐਂਡ ਹੋਮਿਓਪੈਥਿਕ, ਕੁਝ ਇਹੋ ਜਿਹੇ ਨੇ ਕਿ ਜੋ ਮੈਨੂੰ ਪਿਛਲੇ 3 ਕੇਸਿਸ 'ਚ ਅਸੀਂ ਇਵੈਲੂਏਟ ਕੀਤਾ ਕਿ ਉਹਨਾਂ ਕੋਲੋਂ ਕਿਸੇ ਨੇ ਟਾਈਫਾਇਡ ਦਾ ਟੈਸਟ ਕਰਵਾ ਲਿਆ, ਕਿਸੇ ਨੇ ਡੇਂਗੂ ਦਾ ਟੈਸਟ ਕਰਵਾ ਲਿਆ। ਪੇਸ਼ੈਂਟ ਦੀ ਅੱਜ ਕੋਈ ਗਲਤੀ ਨਹੀਂ ਹੈ ਜੀ, ਕਿਉਂਕਿ ਪੇਸ਼ੈਂਟ ਤੇ ਤੁਹਾਡੇ ਕੋਲ ਆ ਰਹੇ ਆਪਣੇ ਆਪ ਨੂੰ ਦਿਖਾਉਣ ਵਾਸਤੇ। ਮੈਂ ਉਹੀ ਜਿਹੜੇ ਥੋੜੇ ਜਿਹੇ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹੁੰਦਾ कि एक स्टैंडर्ड ऑपरेटिंग प्रोसीजर बनाइए। मैं CMO साहब डॉक्टर भूपिंदर जी ने रिक्वेस्ट की है कि वो तुहाडे सारिਆਂ ਨਾਲ मीटिंग लैन IMA ਨਾਲ ਤੇ ਉਹਨਾਂ ਨੇ ਆਲਰੇਡੀ ਲਈ ਦੀ ਹੈ, RMPs ਤੇ ਆਯੁਰਵੈਦਿਕ ਤੇ ਹੋਮਿਓਪੈਥਿਕ ਡਾਕਟਰਸ ਨਾਲ ਇੱਕ ਸਟੈਂਡਰਡ ਆਪਰੇਟਿੰਗ प्रोसीजर बनान। मेरी सारिਆਂ ਨੂੰ रिक्वेस्ट है कि कोई भी बुखार वाले, खांसी वाले, रेस्पिरेटरी इशू कोई भी पेशेंट ਤੁਹਾਡੇ ਕੋਲ ਆਉਂਦੇ ਨੇ, काइंडली प्लीज़ ਉਹਨਾਂ ਦਾ ਟੈਸਟ ਜ਼ਰੂਰ ਕਰਾਓ। एक इंसानियत के तौर वासी होने के तौर पर प्लीज़ उन्होंने टैसट जरूर कराओ क्योंकि ये सोसाइटी च सारे लिंक्ड हाँ जी। असी आपस च नहीं हो सकता कि एक नूं हो जाए तो कोई दूसरा बचेगा। असी एक परिवार, वायरस ने सानू एक चीज़ सिखा दी है कि असी सारे लिंक्ड हाँ, एक परिवार की तरह हर परिवार नूं अपना समझ के नहीं चलांगे, हर बजुर्ग नूं अपना बजुर्ग नहीं समझ के चलांगे, हर बीमार बच्चे नूं, हर बीमार आदमी नूं अपना परिवार का सज्जन समझ के नहीं चलांगे तो इस लड़ाई तो असीं नहीं जीत सकते। मैं सारिਆਂ ਨੂੰ रिक्वेस्ट करांगा कि सब तो पहले कोविड का टेस्ट कराओ, उस तो बाद तुसीं जो अपना उन्हां दा ट्रीटमेंट करना है वो करो, वो बहुत जरूरी है और तुसीं कर ही रहे हो। सैकेंडली मास्क बहुत जरूरी है, अज भी CM साहब ने निर्देश दिते ने। मैं बार बार SSP साहब नूं रिक्वेस्ट करना, DC साहब नूं करना, मेरी भी एक लिमिटेशन है। मैं सारिਆਂ ਨੂੰ ਵਪਾਰੀ ਭਰਾਵਾਂ ਨੂੰ ਇੱਕੋ ਰਿਕੁਐਸਟ ਕਰਾਂਗਾ, ਸਾਰੇ ਜਿਹੜੇ ਵੀ ਰੈਸਟੋਰੈਂਟ ਵਾਲੇ ਨੇ, ਢਾਬੇ ਵਾਲੇ ਨੇ, ਇੱਕੋ ਹੀ ਰਿਕੁਐਸਟ ਕਰਾਂਗਾ ਕਿ ਮਾਸਕ ਜਿਹੜਾ ਜੀ ਉਹ ਪਾਣਾ ਬਹੁਤ ਜ਼ਰੂਰੀ ਹੈ। ਤੁਸੀਂ ਪਾ ਕੇ ਰੱਖੋ, ਤੁਹਾਡੀ ਦੁਕਾਨ ਤੇ ਕੋਈ ਆਏ, ਤੁਹਾਡੇ ਢਾਬੇ ਤੇ ਕੋਈ ਆਏ, ਉਹ ਮਾਸਕ ਪਾ ਕੇ ਰੱਖੇ।
ਪਲੱਸ ਇਹ ਦੁਕਾਨਦਾਰ ਦੀ ਜ਼ਿੰਮੇਵਾਰੀ ਹੈ ਜੀ, ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਦੇ ਦੁਕਾਨ ਦੇ ਅੰਦਰ ਜਿੰਨਾ ਕੁ ਸਪੇਸ ਅਵੇਲੇਬਲ ਹੈ ਪ੍ਰੋਪਰ ਸੋਸ਼ਲ ਡਿਸਟੈਂਸਿੰਗ ਕਰਕੇ ਹੀ ਲੋਕ ਕਰ ਸਕਣ, ਕਿਉਂਕਿ ਇਹ ਸੀਐਮ ਸਾਹਿਬ ਦੀ ਨਵੀਂ ਇਨਸਟਰਕਸ਼ਨਸ ਆਈਆਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਲੋਕਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ, ਕਿਉਂਕਿ ਦਿਲ ਕਿਸੇ ਦਾ ਨਹੀਂ ਕਰਦਾ ਜੀ, ਕਿਉਂਕਿ ਇਹ ਸਾਨੂੰ ਜਿੰਨੀ ਦੇਰ ਤੱਕ ਅਸੀਂ ਇਹਦੇ ਰੂਲਸ ਨਹੀਂ ਬਣਾਵਾਂਗੇ ਉਨੀ ਦੇਰ ਤੱਕ ਅਸੀਂ ਬਚ ਨਹੀਂ ਪਾਵਾਂਗੇ। ਤੇ ਜੇ ਕਿਤੇ ਰੈਸਟੋਰੈਂਟ 'ਚ, ਕਿਤੇ ਹੋਟਲ ਵਿੱਚ, ਕਿਤੇ ਢਾਬੇ ਵਿੱਚ, ਕਿਤੇ ਦੁਕਾਨ ਦੇ ਵਿੱਚ ਜੇ ਕੋਈ ਮਾਸਕ ਨਹੀਂ ਪਾਉਂਦੇ ਜਾਂ ਸੋਸ਼ਲ ਡਿਸਟੈਂਸ ਮੇਨਟੇਨ ਨਹੀਂ ਕਰਦੇ, ਉਹਦਾ ਵੀ ਉਹਨਾਂ ਨੇ ਫਾਈਨ ਰੱਖਿਆ। ਫਾਈਨ ਲਾਣਾ ਸਾਡਾ ਕੋਈ ਪ੍ਰਾਇੋਰਟੀ ਨਹੀਂ ਹੈ, ਕਿਉਂਕਿ ਸਰਕਾਰ ਨੇ ਕੋਈ ਅਮੀਰ ਨਹੀਂ ਹੋ ਜਾਣਾ ਜੀ ਇਹ 2-2 3-3 ਹਜ਼ਾਰ ਦੇ ਜਾਂ 500 ਦੇ ਫਾਈਨ ਲਗਾ ਕੇ। ਮੇਰੀ ਇੱਕੋ ਹੀ ਰਿਕੁਐਸਟ ਹੈ, ਇਹ ਸਿਰਫ ਇੱਕ ਇੰਡੀਕੇਸ਼ਨ ਹੈ ਦੱਸਣ ਵਾਸਤੇ ਕਿ ਬਹੁਤ ਹੀ ਸੀਰੀਅਸ ਬਿਮਾਰੀ ਹੈ। ਤੁਸੀਂ ਦੇਖੋ ਪਿੱਛੇ 31 ਸਾਲ ਦਾ ਲੜਕਾ ਥਾ ਨਾ, 33 ਇਅਰਸ ਦਾ, ਜਿਹੜਾ ਸੁੰਦਰ ਨਗਰ ਅਸੀਂ ਹੁਣ ਕੰਟੇਨ ਕੀਤਾ ਹੈ ਏਰੀਆ, 33 ਇਅਰਸ ਦਾ ਉਹ ਲੜਕਾ ਜਿਹੜਾ ਪਰਿਵਾਰ ਦਾ ਬ੍ਰੈਡ ਅਰਨਰ ਸੀ, ਆਪਣੇ ਪਿੰਡਾਂ 'ਚ ਜਾ ਕੇ ਕੰਮ ਕਰਕੇ ਮਜ਼ਦੂਰੀ ਕਰਕੇ ਕੰਮ ਕਰਦਾ ਸੀ, ਉਹਨਾਂ ਦੀ ਡੈਥ ਹੋ ਗਈ ਹੈ ਜੀ। ਤੇ ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਾਂਗਾ, ਪਲੱਸ ਇੱਕ ਕੋਵਾ ਪੰਜਾਬ ਐਪ ਜ਼ਰੂਰ ਡਾਊਨਲੋਡ ਕਰੋ। ਅਸੀਂ ਤਾਂ ਤੁਹਾਨੂੰ ਦੱਸਦੇ ਰਹਿੰਦੇ ਆ, ਕਿਉਂਕਿ ਕਿੱਥੇ ਕਿੱਥੇ ਐਕਟਿਵ ਕੇਸ ਨੇ ਉਹ ਸਾਰਿਆਂ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡੀ ਜੋ ਲਰਨਿੰਗ ਵੀ ਹੋ ਰਹੀ ਹੈ, ਜੋ ਮੇਰੀ ਸੀਐਮਓ ਸਾਹਿਬ ਨਾਲ ਡਿਸਕਸ਼ਨ ਵੀ ਹੋਈ ਹੈ, ਰੋਜ਼ ਅਸੀਂ ਕਰਨੇ ਆ, ਕੇਸਿਸ ਵੀ ਉੱਥੋਂ ਹੀ ਆ ਰਹੇ ਨੇ ਜਿੱਥੇ ਆਲਰੇਡੀ ਪਹਿਲੇ ਕੇਸਿਸ ਆ ਚੁੱਕੇ ਦੇ ਨੇ। ਤੇ ਤੁਸੀਂ ਕੋਵਾ ਐਪ ਦੇ ਥਰੂ ਕਿਤੇ ਵੀ ਮੂਵ ਕਰਦੇ ਇੱਕ ਵਾਰੀ ਸਵੇਰੇ ਜ਼ਰੂਰ ਦੇਖਿਆ ਕਰੋ ਕਿ ਪਠਾਨਕੋਟ 'ਚ ਐਕਟਿਵ ਕੇਸਿਸ ਕਿੱਥੇ ਨੇ। ਜੇ ਤੁਸੀਂ ਹਿਮਾਚਲ ਜਾਂਦੇ ਹੋ, JNK ਜਾਂਦੇ ਹੋ, ਅੰਮ੍ਰਿਤਸਰ ਜਾਂਦੇ ਹੋ, ਜਲੰਧਰ ਜਾਂਦੇ ਹੋ, ਕਿਤੇ ਵੀ ਆਊਟਸਾਈਡ ਪਠਾਨਕੋਟ ਵੀ ਜਾਂਦੇ ਹੋ, ਮੇਰੀ ਰਿਕੁਐਸਟ ਹੈ ਕਿ ਉਸ ਐਪ ਦੇ ਥਰੂ ਕਿਸੇ ਕਾਲੋਨੀ 'ਚ ਜਾ ਰਹੇ ਹੋ, ਉੱਥੇ ਉਹਨਾਂ ਦੇ ਐਕਟਿਵ ਕੇਸਿਸ ਜ਼ਰੂਰ ਦੇਖਿਆ ਕਰੋ ਕਿ ਐਕਟਿਵ ਕੇਸਿਸ ਕਿੱਥੇ ਨੇ। ਜੇ ਉਸ ਏਰੀਆ ਵਿੱਚ ਹੌਟਸਪੌਟ 'ਚ ਤੁਸੀਂ ਜਾ ਰਹੇ ਹੋ, ਚਾਹੇ ਸਿਟੀ ਦੇ ਜਾਂ ਡਿਸਟ੍ਰਿਕਟ ਪਠਾਨਕੋਟ ਦੇ ਵੀ, ਉਹਨੂੰ ਪਲੀਜ਼ ਤੁਸੀਂ ਦੇਖ ਕੇ ਜਾਓ। ਅੱਜ ਦੀ ਡੇਟ 'ਚ ਜਿਹੜੇ ਸਾਡੇ ਐਕਟਿਵ ਕੇਸਿਸ ਚੱਲ ਰਹੇ ਨੇ, ਜਿਹੜੇ ਕਲਸਟਰ ਤੇ ਨਾਨ ਕਲਸਟਰ ਛੋਟੇ ਵਾਲੇ ਜਿਹੇ 'ਚ ਇੱਕ ਕੇਸ ਹੈ, ਉਹ ਪ੍ਰੇਮ ਨਗਰ, ਵਿਕਟੋਰੀਆ ਸਟੇਟ, ਫਰੈਂਡਸ ਕਾਲੋਨੀ, ਸੁੰਦਰ ਨਗਰ, ਸ਼ਾਸਤਰੀ ਨਗਰ, ਸੈਨਗੜ, ਚਾਰ ਮੱਲਾ ਕੁਆਟਰ, ਟਰਸਟ ਕਾਲੋਨੀ, ਗੋਤਰਾ ਲਾਹੜੀ, ਮਾਡਲ ਟਾਊਨ, ਪਰਮਾਨੰਦ, ਪੰਗਤੋਲੀ, ਇੰਦਰਾ ਕਾਲੋਨੀ, ਅਬਰੋਲ ਨਗਰ, ਕੋਠੀ, ਪੰਡਤਾ, ਰਾਮਨਗਰ, ਕਰੋਲੀ ਤੇ ਆਧੁਨਿਕ ਵਿਹਾਰ। ਇਸ ਜਗ੍ਹਾ 'ਚ ਜਾਂ ਤੇ ਇੱਕ ਕੇਸ ਹੈ ਜਾਂ ਦੋ ਕੇਸ ਹੈ, ਕਿਉਂਕਿ ਅੱਜ ਦੀ ਡੇਟ 'ਚ 44 ਐਕਟਿਵ ਕੇਸ ਨੇ। ਤੇ ਇਹ ਚੀਜ਼ ਇਸ ਏਰੀਆ 'ਚ ਕੋਈ ਵੀ ਬੰਦਾ ਜਾ ਰਿਹਾ ਜੀ, ਆਪਣਾ ਪਲੀਜ਼ ਧਿਆਨ ਰੱਖ ਕੇ ਜਾਏ। ਬਾਕੀ ਮੈਂ ਦੁਆਰ ਤੋਂ ਸਾਰੇ ਲੋਕਾਂ ਨੂੰ ਇਹੀ ਰਿਕੁਐਸਟ ਕਰਾਂਗਾ, ਮਾਸਕ ਪਾ ਕੇ ਰੱਖੋ ਜੀ, ਸੋਸ਼ਲ ਡਿਸਟੈਂਸ ਮੇਨਟੇਨ ਕਰੋ। ਤੇ ਨਾਲ ਜੇ ਸਿੰਪਟਮ ਆਉਂਦਾ ਹੈ, ਜੇ ਤੁਹਾਨੂੰ ਡਾਕਟਰਸ ਨਹੀਂ ਵੀ ਸੁਜੈਸਟ ਕਿਸੇ ਤਰੀਕੇ ਨਾਲ ਕਰ ਪਾਉਂਦੇ ਜਾਂ RMP ਜਾਂ ਆਯੁਰਵੈਦਿਕ ਜਾਂ ਹੋਮਿਓਪੈਥਿਕ, ਪਲੀਜ਼ ਅਸੀਂ ਆਪੇ ਵੋਲੰਟਰੀਲੀ ਜਾ ਕੇ ਆਪਣਾ ਸੈਂਪਲ ਦੀजिए। ਮੈਂ ਹੁਣ ਡਾਕਟਰ ਸਾਹਿਬ ਨੂੰ ਰਿਕੁਐਸਟ ਕਰਾਂਗਾ, ਡਾਕਟਰ ਸਾਹਿਬ ਜੇ ਤੁਸੀਂ ਕੁਝ ਮੈਸੇਜ ਦੇਣਾ ਚਾਹੁੰਦੇ ਹੋ ਤੇ। जिस तरह के साढ़े MLA सर ने किया है और CM सर ने भी किया है कि 3 चीज़ें बहुत ज़रूरी है, एक मास्क पाना, दूसरा सोशल डिस्टेंसिंग और तीसरा हैंड वाशिंग। इस तो अलावा मैं फिर रिक्वेस्ट करांगा, दोबारा एंडोर्स करांगा साडा व्यू कि जे सपोज कर लो किसी बंदे नूं फीवर हुंदा तो एट द अर्लीएस्ट जिहड़ा साडे कोल आ जाण। ਅਸੀਂ ਦੇਖ ਰਹੇ ਕਿ ਜਿਹੜੇ ਸਾਡੇ ਕੋਲ ਲੇਟ ਆਉਂਦੇ ਆ, ਜਿਨ੍ਹਾਂ ਨੂੰ 6-7 ਦਿਨ ਦਾ 8 ਦਿਨ ਦਾ ਫੀਵਰ ਹੋ ਜਾਂਦਾ ਹੈ, ਉਹ ਜਾ ਕੇ ਇਨਵੇਰੀਏਬਲੀ ਉਹ ਜਿਹੜੇ ਆ ਸੀਰੀਅਸਨੈਸ ਦੇ ਵਿੱਚ ਲੈਂਡ ਕਰਦੇ ਆ, ਉਹਨਾਂ ਦੀ ਸੀਵੀਅਰਟੀ ਵੱਧ ਜਾਂਦੀ ਹੈ। ਸੋ ਇਸ ਲਈ ਮੇਰੀ ਰਿਕੁਐਸਟ ਹੈ ਕਿ 1-2 ਦਿਨ ਦਾ ਵੀ ਫੀਵਰ ਆ ਕੇ ਤੇ ਆ ਕੇ ਟੈਸਟ ਕਰਵਾ ਲਓ, ਜਿਹੜਾ ਅਸੀਂ फ्री ऑफ कॉस्ट कर रहे हैं। थैंक यू। स्पीड नेशन का यूट्यूब चैनल सब्सक्राइब करें और बेल आइकन भी ज़रूर दबाइए ताकि पठानकोट से जुड़ा हर अपडेट आपको मिले सबसे पहले।